ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਆ। ਜੋ ਪ੍ਰਭ ਕੀ ਅਤ ਪਿਆਰੀ। ਬੇਸੁਮਾਰ ਅਥਾਹ ਅਗੰਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਜੇਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਇਆ ਹੈ ਤਿਹਾ ਹਉ ਕਰੀ ਬਖਿਆਨ। ਡੰਡਾਉਤ ਬੰਧਨ ਅਨਕ ਬਾਰ। ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਸੋ ਕਹਾਉ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਸੁਖ ਸਨੇਹੋ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਸੁਖ ਸਨੇਹੋ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਰਬੱਤ ਸੰਗਤ ਜੀਓ। ਆਪ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਸ਼ਰਾਵਣ ਕੀਤੇ। ਆਪ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ
ਅੰਮ੍ਰਿਤ ਵੇਲੇ ਦੇ ਮੁੱਖ ਵਾਕ ਦੀ ਵਿਚਾਰ ਦਾ ਸਮਾਂ। ਆਓ ਆਪਾਂ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਪਵਿੱਤਰ ਮੁੱਖ ਵਾਕ ਦੇ ਵਿੱਚ ਸਾਨੂੰ ਕੀ ਫਰਮਾਨ ਕਰਦੇ ਹਨ। ਅੱਜ ਦਾ ਮੁੱਖ ਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਅੰਗ 633 ਦੇ ਉੱਪਰੋਂ ਬਖਸ਼ਿਸ਼ ਕੀਤਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਕਿਰਤ ਚੰਡੀ ਦੀ ਵਾਰ ਦੀ ਪੌੜੀ ਦੇ ਵਿੱਚ, ਆਰੰਭਤਾ ਦੀ ਪੌੜੀ ਦੇ ਵਿੱਚ ਫਰਮਾਨ ਕੀਤਾ ਹੈ, ਤੇਗ ਬਹਾਦਰ ਸਿਮਰਿਆ ਘਰ ਨੌ ਨਿੱਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਜੀ ਦਾ ਤੇਗ ਬਹਾਦਰ ਧਰਮ ਦੀ ਚਾਦਰ ਪਾਤਸ਼ਾਹ ਜੀ ਨੇ ਪਵਿੱਤਰ ਮੁੱਖ ਵਾਕ ਮੁੱਖ ਤੋਂ ਉਚਾਰਨ ਕੀਤਾ। ਸ਼੍ਰੀ ਮੁੱਖ ਵਾਕ ਬਖਸ਼ਿਸ਼ ਹੋਇਆ ਹੈ। ਆਓ ਆਪਾਂ ਵਿਚਾਰ ਆਰੰਭ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਦੀ ਕਰੀਏ ਇਕਾਗਰ। ਸਾਰੇ ਰਲ ਕੇ ਬੋਲੀਏ, ਸਤਿਨਾਮ ਸ੍ਰੀ ਵਾਹਿਗੁਰੂ। ਸੋਰਠ ਮਹੱਲਾ ਨਾਵਾ। ਸੋਰਠ ਰਾਗਣੀ ਦੇ ਵਿੱਚੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 31 ਰਾਗ, 31 ਰਾਗਾਂ ਦੇ ਵਿੱਚੋਂ ਸੋਰਠ ਰਾਗਣੀ 9ਵੇਂ ਨੰਬਰ ਦੇ ਉੱਪਰ ਆਉਂਦੀ ਹੈ। 9ਵਾਂ ਸਥਾਨ ਮਿਲਿਆ ਸੋਰਠ ਰਾਗਣੀ ਨੂੰ। ਮਹਾਰਾਜ ਜੀ ਇਸ ਸੋਰਠ ਰਾਗਣੀ ਦੇ ਵਿੱਚ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਹੁਣ ਜਿਹੜੀ ਇਹ ਅਵਸਥਾ ਹੈ ਜੋ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸਦੇ ਹਨ, ਉਹ ਹਰੇਕ ਨੂੰ ਨਹੀਂ ਮਿਲਦੀ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਵਚਨਾਂ ਦੇ ਵਿੱਚ ਇਹ ਫਰਮਾਨ ਕੀਤਾ ਹੈ, ਕਹੋ ਨਾਨਕ ਕੋਟਣ ਮੈਂ ਕੋਊ ਨਾਰਾਇਣ ਜਿਹ ਚੀਤ। ਕਰੋੜਾਂ ਦੇ ਵਿੱਚ ਕੋਈ ਮਿਲੇਗਾ ਜਿਹਦੇ ਹਰ ਸਮੇਂ ਪ੍ਰਮਾਤਮਾ ਦਾ ਨਾਮ, ਵਾਹਿਗੁਰੂ ਦਾ ਨਾਮ ਚਿੱਤ ਦੇ ਵਿੱਚ ਰਹਿੰਦਾ ਹੋਵੇ, ਤੇ ਜਿਹਦੇ ਚਿੱਤ ਦੇ ਵਿੱਚ ਵਾਹਿਗੁਰੂ ਦਾ ਨਾਮ ਰਹੇਗਾ ਹਰ ਸਮੇਂ, ਉਹਨੂੰ ਇਹ ਅਵਸਥਾ ਹੈ ਜੋ ਦੁੱਖ ਨੂੰ ਦੁੱਖ ਨਹੀਂ ਮੰਨਦਾ ਤੇ ਸੁੱਖ ਨੂੰ ਉਹ ਸੁੱਖ ਨਹੀਂ ਮੰਨਦਾ। ਸੁੱਖ ਸੁਨੇਹੋ ਵਰ ਭੈ ਨਹੀਂ ਜਾਗੈ। ਨਾ ਉਹ ਕਿਸੇ ਦਾ ਡਰ ਮੰਨਦਾ ਤੇ ਨਾ ਹੀ ਉਹ ਕਿਸੇ ਨੂੰ ਡਰ ਦਿੰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਸੰਗਤਾਂ ਨੂੰ ਤਾਰਨ ਵਾਸਤੇ ਆਪਣੇ ਕੌਤਕਾਂ ਨੂੰ ਵਰਤਾਉਂਦਿਆਂ ਹੋਇਆਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵਚਨਾਂ ਨੂੰ ਪੂਰਾ ਕਰਦੇ ਹਾਂ। ਕਿਉਂਕਿ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਟਲੀ ਪੁੱਤਰ ਦੇ ਉੱਪਰ ਪਹੁੰਚੇ ਸੀ, ਜਿਸ ਨੂੰ ਆਪਾਂ ਅੱਜ ਕੱਲ੍ਹ ਪਟਨਾ ਸਾਹਿਬ ਕਹਿੰਦੇ ਹਾਂ, ਉੱਥੇ ਸੀ ਜਿਹੜਾ ਜੌਹਰੀ ਤੇ ਉਹਦੇ ਘਰ ਠਹਿਰੇ ਮਹਾਰਾਜ। ਉਹਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੇਰੇ ਘਰ ਠਹਿਰੋ, ਵਾਹਵਾ ਸਮਾਂ ਰਹੇ। ਤੇ ਉੱਥੇ ਉਹਨੇ ਫਿਰ ਜਦੋਂ ਮਹਾਰਾਜ ਜੀ ਨੇ ਆਪਣੀ ਮੌਜ ਦੇ ਵਿੱਚ ਜਾਣਾ ਚਾਹਿਆ ਵੀ ਭਾਈ ਅਸੀਂ ਅੱਗੇ ਜਾਣਾ, ਵੱਡੇ ਕਾਰਜ ਨੇ, ਉਹਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਕਿ ਕਿਰਪਾ ਕਰੋ, ਹੁਣ ਤੁਸੀਂ ਮੇਰੇ ਘਰ ਕਦੋਂ ਆਓਗੇ?
ਤੇ ਹੁਣ ਜਦੋਂ ਤੁਸੀਂ ਆਏ ਦੁਬਾਰੇ ਤੇ ਇੱਥੋਂ ਜਾਣਾ ਨਹੀਂ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਸ ਜੌਹਰੀ ਨੂੰ ਕਹਿਣਾ ਕੀਤਾ ਕਿ ਭਾਈ ਹੁਣ ਜਿਹੜਾ ਅਗਲਾ ਸਾਡਾ ਪ੍ਰਕਾਸ਼ ਹੋਵੇਗਾ, ਜਨਮ ਹੋਵੇਗਾ 10ਵਾਂ, ਉਹ ਤੇਰੇ ਘਰ ਦੇ ਵਿੱਚ ਆ ਕਰਕੇ ਅਸੀਂ 10ਵਾਂ ਜਨਮ ਲੈਣਾ, ਕੀ ਕਰਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਪੂਰਾ ਕਰਨ ਵਾਸਤੇ, ਬਚਨਾਂ ਦੇ ਉੱਪਰ ਫੁੱਲ ਚੜ੍ਹਾਉਣ ਵਾਸਤੇ ਆਪਣੇ ਪਰਿਵਾਰ ਦੇ ਸਮੇਤ, ਸਿੱਖ ਸੰਗਤਾਂ ਦੇ ਸਮੇਤ ਤਾਰਦਿਆਂ ਹੋਇਆਂ ਜਦੋਂ ਹਜ਼ੂਰ ਤਰਵੈਣੀ ਦੇ ਵਿੱਚ ਰਹਿ ਕਰਕੇ 6 ਮਹੀਨੇ ਸੰਗਤਾਂ ਨੂੰ ਤਾਰਦੇ ਰਹੇ, ਕਿਉਂਕਿ ਇਹ 10ਵੇਂ ਗ੍ਰੰਥ ਦੇ ਵਿੱਚ ਵੀ ਫਰਮਾਨ ਆਉਂਦਾ ਹੈ। ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਫਰਮਾਨ ਕਰਦੇ ਹਨ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਵਿਦ ਮੋਹਿਆਨੋ। ਉਹਦੇ ਵਿੱਚ ਵਚਨ ਹੈ, ਜਬ ਹੀ ਜਾਤ ਤਰਵੈਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸਾਹਿਬ ਵਿਖੇ ਭਵ ਲਿਓ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਦੋਂ ਅਸੀਂ ਸਾਡੇ ਗੁਰੂ ਪਿਤਾ ਮਾਤਾ ਗੁਜਰ ਕੌਰ ਜੀ ਦੇ ਨਾਲ ਹੋਰ ਸਿੱਖ ਸੰਗਤਾਂ, ਸਾਧੂਆਂ, ਰੱਬ ਦੇ ਪਿਆਰਿਆਂ ਦੇ ਨਾਲ ਤਰਵੈਣੀ ਦੇ ਵਿੱਚ ਗਏ ਤੇ ਉੱਥੇ 6 ਮਹੀਨੇ ਰਹੇ, ਤੇ ਉੱਥੇ ਹੀ ਸਾਡਾ ਜਿਹੜਾ ਪ੍ਰਕਾਸ਼ ਹੈ, ਜਿਹੜਾ ਸਾਡਾ ਪ੍ਰਵੇਸ਼ ਹੈ, ਉਹ ਮਾਤ ਗੁਜਰ ਕੌਰ ਜੀ ਦੇ ਉਦਰ ਦੇ ਵਿੱਚ ਸਾਡਾ ਪ੍ਰਵੇਸ਼ ਹੋਇਆ, ਉੱਥੇ ਤਰਵੈਣੀ ਦੇ ਵਿੱਚ ਜਾ ਕਰਕੇ। ਤੇ ਪਾਤਸ਼ਾਹ ਜੀ ਤਰਵੈਣੀ ਦੇ ਵਿੱਚ ਸੰਗਤਾਂ ਨੂੰ 6 ਮਹੀਨੇ ਉੱਥੇ ਰਹੇ ਮਹਾਰਾਜ। ਤੇ ਇੱਕ ਦਿਨ ਖਟ ਦਰਸ਼ਨੀ 6 ਭੇਖਾਂ ਵਾਲੀ ਸੰਗਤ ਆਪ ਜੀ ਦੇ ਦਰਸ਼ਨ ਕਰਨ ਆਈ। ਹਰ ਇੱਕ ਦੇ ਮਨ ਦੇ ਵਿੱਚ ਇਹ ਵੱਖਰੀ ਵੱਖਰੀ ਵਿਚਾਰ ਸੀ, ਇੱਛਾ ਸੀ। ਕੋਈ ਵਿਸ਼ਨੂੰ ਜੀ ਦੇ ਉਪਾਸਕਾਂ ਨੇ ਫੁਰਨਾ ਕੀਤਾ ਕਿ ਸਤਿਗੁਰੂ ਜੀ ਸਾਨੂੰ ਵਿਸ਼ਨੂੰ ਜੀ ਦੇ ਸਰੂਪ ਦੇ ਵਿੱਚ ਦਰਸ਼ਨ ਬਖਸ਼ਣ। ਕ੍ਰਿਸ਼ਨ ਜੀ ਦੇ ਉਪਾਸਕਾਂ ਦਾ ਫੁਰਨਾ ਸੀ ਕਿ ਸਾਨੂੰ ਕ੍ਰਿਸ਼ਨ ਜੀ ਦੇ ਸਰੂਪ ਦੇ ਵਿੱਚ ਦਰਸ਼ਨ ਹੋਣ। ਅਸਲੀ ਸਰੂਪ ਸਤਿਗੁਰੂ ਜੀ ਦਾ ਇਹੋ ਜਿਹਾ ਸੀ ਜਿਵੇਂ ਮਹਾਰਾਜ ਜੀ ਦਾ ਫਰਮਾਨ ਹੈ, ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਹਜ਼ੂਰ ਸਰਬ ਕਲਾ ਸਮਰੱਥ ਹਨ। ਹਰ ਇੱਕ ਦੀ ਕਾਮਨਾ ਨੂੰ ਪੂਰੀ ਕਰਨ ਵਾਸਤੇ ਉਹ ਜਿਹੇ ਸਰੂਪ ਪ੍ਰਗਟਾ ਕੇ, ਜਿਵੇਂ ਰਾਮ ਦੇ ਉਪਾਸਕਾਂ ਨੂੰ ਰਾਮ ਜੀ ਦੇ ਰੂਪ ਵਿੱਚ ਦਰਸ਼ਨ, ਸੰਨਿਆਸੀਆਂ ਨੂੰ ਦੱਤਾਤਰੇय ਦੇ ਸਰੂਪ ਦੇ ਵਿੱਚ ਜਿਹੋ ਜਿਹੀ ਕਿਸੇ ਦੀ ਭਾਵਨਾ ਸੀ, ਉਹ ਜਿਹੇ ਮਹਾਰਾਜ ਜੀ ਨੇ ਦਰਸ਼ਨ ਬਖਸ਼ੇ। ਹਜ਼ੂਰ ਦਾ ਸੋਹਣਾ ਲੰਬਾ ਕੱਦ ਤੇ ਦਾੜਾ ਅੱਧਾ ਚਿੱਟਾ ਅੱਧਾ ਕਾਲਾ ਲਿਬਾਸ ਹਜ਼ੂਰ ਨੇ ਸਾਦਾ ਪਹਿਨਿਆ। ਹਜ਼ੂਰ ਦੇ ਗਾਤਰੇ ਵੱਡੀ ਸ਼੍ਰੀ ਸਾਹਿਬ ਸਜ ਰਹੀ, ਮੋਢੇ ਤੇ ਧਨਕ ਸਜ ਰਿਹਾ, ਸੀਸ ਉੱਪਰ ਗੋਲ ਤੇ ਸਿੱਧਾ ਦਸਤਾਰਾ ਬੱਧਾ, ਜਿਸ ਉੱਪਰ ਅਣਮੁੱਲੀਆਂ ਮਣੀਆਂ ਵਾਲੀ ਸੁੰਦਰ ਜਿਗਾ ਤੇ ਕਲਗੀ ਸੋਭ ਰਹੀ ਹੈ। ਭਾਗਾਂ ਭਰਿਆ ਮਸਤਕ ਇੰਨਾ ਪ੍ਰਕਾਸ਼ ਰਿਹਾ ਹੈ ਕਿ ਮਾਨੋ ਸੂਰਜ ਤੇ ਚੰਦਰਮਾ ਇੱਥੋਂ ਹੀ ਪ੍ਰਕਾਸ਼ ਲੈ ਕਰਕੇ ਚਮਕ ਰਹੇ ਹੋਣ। ਕਬਲਾਂ ਵਰਗੇ ਸੁੰਦਰ ਨੇਤਰ ਕਿਰਪਾ ਦੇ ਭਰੇ ਹੋਏ ਹਨ, ਜਿਸ ਉੱਪਰ ਵੀ ਨਿਗਾਹ ਪੈਂਦੀ ਹੈ। ਸਰੀਰਕ ਬਿਮਾਰੀਆਂ ਤਾਂ ਕੀ, ਮਨ ਦੇ ਸਾਰੇ ਰੋਗ ਆਦਿ ਵਿਆਧ ਦੇ ਸਾਰੇ ਰੋਗ ਨਾਸ਼ ਕਰਕੇ ਉਜਲ ਪ੍ਰਕਾਸ਼ ਸਹਿਤ ਕਰੀ ਜਾਂਦੇ ਹਨ। ਉਪਮਾ ਤੋਂ ਰਹਿਤ ਬੇਅੰਤ ਮਹਿਮਾ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਕਿਰਪਾ ਦ੍ਰਿਸ਼ਟੀ ਨਾਲ ਕਰੋੜਾਂ ਜਨਮਾਂ ਦੇ ਵਿਛੋੜੇ ਮਿਟੀ ਜਾਂਦੇ ਹਨ। ਤੀਰਥ ਦਰਸ਼ਨਾਂ ਦੇ ਬਹਾਨੇ ਹਜ਼ੂਰ ਨਾਲ 500 ਸਾਧੂ ਵੀ ਵਿਚਰ ਰਹੇ ਹਨ। ਲੰਗਰ ਹਜ਼ੂਰ ਦਾ ਅਟੁੱਟ ਵਰਤਦਾ ਹੈ। ਹੋਰ ਵੀ ਬੇਅੰਤ ਸਿੱਖ ਸੰਗਤਾਂ ਆਪ ਜੀ ਦੇ ਨਾਲ ਹਨ। ਸਤਿਗੁਰੂ ਜੀ ਦੇ ਮਾਤਾ ਨਾਨਕੀ ਜੀ, ਸਤਿਗੁਰਾਂ ਦੇ ਮਹਿਲ ਸਾਡੇ ਮਾਤ ਗੁਜਰ ਕੌਰ ਜੀ ਵੀ ਨਾਲ ਹਨ। ਭਾਈ ਗੁਰਦਿੱਤਾ ਜੀ, ਭਾਈ ਸਤੀ ਦਾਸ ਜੀ, ਦੀਵਾਨ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਉਦਾ ਜੀ ਤੇ ਹੋਰ ਬੇਅੰਤ ਮਹਾਂਪੁਰਖ ਬ੍ਰਹਮ ਗਿਆਨੀ ਹਜ਼ੂਰ ਦੇ ਨਾਲ ਤਰਵੈਣੀ ਦੇ ਤੇ ਆਏ ਹਨ।
ਸਾਰਿਆਂ ਨੇ ਹਜ਼ੂਰ ਤੋਂ ਉਪਦੇਸ਼ ਲੈਣ ਲਈ ਜਾਚਨਾ ਕੀਤੀ। ਗਰੀਬ ਨਵਾਜ ਕੇਵਲ ਮੁਕਤੀ ਬਾਰੇ ਦੱਸਣਾ ਕਰੋ। ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਮੁਕਤੀ 4 ਪ੍ਰਕਾਰ ਦੀ ਹੈ: ਸਲੋਕ, ਸਮੀਪ, ਸਰੂਪ ਤੇ ਸੁਜੁਜ। ਸਲੋਕ ਮੁਕਤੀ ਮਹਾਰਾਜ ਜੀ ਦੱਸਦੇ ਹਨ। ਆਪਣੇ ਇਸ਼ਟ ਦੇਵ ਦੇ ਲੋਕ ਦੇ ਵਿੱਚ ਪਹੁੰਚ ਕੇ ਆਪਣੇ ਇਸ਼ਟ ਦੇਵ ਦੇ ਸਮੀਪ ਪਾਸ ਰਹਿਣ ਲੱਗ ਜਾਣਾ। ਸਮੀਪ ਮੁਕਤੀ ਆਪਣੇ ਇਸ਼ਟ ਦੇਵ ਦੇ ਲੋਕ ਵਿੱਚ ਪਹੁੰਚ ਕੇ ਆਪਣੇ ਇਸ਼ਟ ਦੇ ਵਰਗਾ ਹੀ ਹੋ ਜਾਣਾ। ਸਰੂਪ ਮੁਕਤੀ ਆਪਣੇ ਇਸ਼ਟ ਜੈਸਾ ਸਰੂਪ ਪ੍ਰਾਪਤ ਹੋ ਜਾਣਾ। ਸੁਜੁਜ ਮੁਕਤੀ ਵਾਲਾ ਇੱਕੋ ਸਮੇਂ 1000 ਰੂਪ ਧਾਰ ਕੇ ਹਜ਼ਾਰਾਂ ਥਾਵਾਂ ਤੇ ਜਾ ਕੇ ਹਜ਼ਾਰਾਂ ਕੰਮ ਕਰ ਸਕਦਾ ਹੈ। ਜਿਵੇਂ ਪਾਣੀ ਵਿੱਚ ਖੰਡ ਘੁਲ ਕੇ ਪਾਣੀ ਦਾ ਰੂਪ ਬਣ ਜਾਂਦੀ ਹੈ ਤੇ ਫਿਰ ਪਾਣੀ ਨੂੰ ਕਾੜ ਕੇ ਵੱਖਰੀ ਕੀਤੀ ਜਾ ਸਕਦੀ ਹੈ। ਜਾਂ ਇਉਂ ਸਮਝ ਲਈਏ ਕਿ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਪਰ ਹੁੰਦੀ ਤਾਂ ਪਾਣੀ ਤੋਂ ਵੱਖਰੀ ਹੈ, ਇਸ ਲਈ ਪਕੜੀ ਜਾ ਸਕਦੀ ਹੈ। ਇਸ ਤਰ੍ਹਾਂ ਸੁਜੁਜ ਮੁਕਤੀ ਵਾਲੇ ਨੂੰ ਸੂਖਮ ਆਕਾਰ ਰਹਿ ਜਾਣ ਕਰਕੇ ਕਾਲ ਰੂਪ ਫੰਦਕ ਪਕੜ ਸਕਦਾ ਹੈ, ਭਾਵ ਜੰਮਣ ਮਰਨ ਦੇ ਗੇੜੇ ਵਿੱਚ ਪੈ ਸਕਦਾ ਹੈ। ਸੁਜੁਜ ਮੁਕਤੀ ਵਾਲੇ ਵਿੱਚ ਕਈ ਕਮੀਆਂ ਹਨ। ਸ੍ਰਿਸ਼ਟੀ ਦੀ ਉਤਪਤੀ ਪਾਲਣਾ ਲਹਿਤਾ ਨਹੀਂ ਕਰ ਸਕਦਾ। ਕਰਮਾਂ ਅਨੁਸਾਰ ਫਲ ਨਹੀਂ ਭੁਗਤਾ ਸਕਦਾ। ਇਦਾਦਕ ਸਾਰੇ ਗੁਣਾਂ ਦਾ ਪਰਮੇਸ਼ਰ ਵਿੱਚ ਹੀ ਹਨ। ਸੋ ਹੈ ਗਰੀਬ ਨਵਾਜ, ਆਪ ਜੀ ਨੂੰ ਕੇਵਲ ਮੁਕਤੀ ਬਾਰੇ ਬੇਨਤੀ ਕੀਤੀ ਹੈ, ਕਿਰਪਾ ਕਰਕੇ ਦੱਸਣਾ ਕਰੋ। ਕੇਵਲ ਮੁਕਤੀ ਕਿਵੇਂ ਪ੍ਰਾਪਤ ਹੋਵੇ? ਤਾਂ ਹਜ਼ੂਰ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਸ ਉਪਦੇਸ਼ ਦੇ ਦੁਆਰਾ ਕੇਵਲ ਮੁਕਤੀ ਦੇ ਪ੍ਰਾਪਤੀ ਕਰਨ ਲਈ ਇਸ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਨੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਹੜਾ ਪੁਰਸ਼ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ ਉਹ ਪੁਰਸ਼ ਧੰਨਤਾ ਦੇ ਯੋਗ ਹੈ। ਕਈ ਆਦਮੀਆਂ ਲੋਕਾਂ ਨੂੰ ਦੁੱਖ ਹੀ ਦੁੱਖ ਦੇ ਹੀ ਜਾਂਦੇ ਹਨ ਤੇ ਕਈ ਨਹੀਂ ਵੀ ਦਿੰਦੇ। ਇਸ ਤਰ੍ਹਾਂ ਸਮਝ ਕੇ ਮਹਾਰਾਜ ਜੀ ਫਰਮਾਨ ਕਰਦੇ ਹਨ, ਦੁੱਖ ਨਾ ਦੇਈ ਕਿਸੈ ਜੀ ਪਤ ਸਿਉ ਘਰ ਜਾਏਦਾ। ਇੱਕ ਉਹ ਹਨ ਜੋ ਦੁੱਖ ਆਏ ਤੋਂ ਬਹੁਤ ਘਬਰਾ ਜਾਂਦੇ ਹਨ, ਪਰ ਗੁਰਮੁਖ ਭਾਣੇ ਵਿੱਚ ਚੱਲਦੇ ਹਨ, ਦੁੱਖ ਨੂੰ ਸੁੱਖ ਕਰਕੇ ਮੰਨਦੇ ਹਨ। ਉਵੇਂ ਸਾਰਾ ਸੰਸਾਰ ਹੀ ਦੁਖੀ ਹੈ, ਭਾਵ ਆਪਾਂ ਜਿੰਨੇ ਸੰਸਾਰ ਦੇ ਵਿੱਚ ਰਹਿੰਦੇ ਹਾਂ ਸਾਰੇ ਦੁੱਖਾਂ ਦੇ ਨਾਲ ਦੁਖੀ ਹਾਂ। ਜਿਵੇਂ ਬਾਬਾ ਫਰੀਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਮਾਣ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ ਦੁੱਖ ਸਵਾਇ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਬਾਬਾ ਫਰੀਦ ਸਾਹਿਬ ਜੀ ਫਰਮਾਨ ਕਰਦੇ ਹਨ, ਕਹਿੰਦੇ ਮੈਂ ਤਾਂ ਇਹ ਜਾਣਿਆ ਸੀ ਕਿ ਸਭ ਤੋਂ ਵੱਡਾ ਦੁੱਖ ਮੈਨੂੰ ਹੈ, ਮੈਂ ਦੁਖੀ ਹਾਂ। ਪਰ ਜਦੋਂ ਥੋੜ੍ਹਾ ਜਿਹਾ ਉੱਚੀ ਥਾਂ ਕਰਕੇ ਨਿਗਾਹ ਮਾਰੀ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਤਾਂ ਘਰ ਘਰ ਦੇ ਵਿੱਚ ਹੀ ਅੱਗ ਬੜੀ ਸੀ ਦੁੱਖਾਂ ਵਾਲੀ। ਕੋਈ ਆਪਣੀਆਂ ਪੁੱਤਰਾਂ ਤੋਂ ਦੁਖੀ, ਕੋਈ ਨੂੰਹਾਂ ਤੋਂ ਦੁਖੀ, ਕੋਈ ਗੁਆਂਢੀਆਂ ਤੋਂ ਦੁਖੀ ਤੇ ਕੋਈ ਆਪਣੇ ਆਪ ਤੋਂ ਹੀ ਦੁਖੀ ਹੋਇਆ ਪਿਆ। ਕੋਈ ਦੁੱਖ ਬਿਮਾਰੀ ਦੇ ਨਾਲ ਦੁਖੀ ਹੋਇਆ ਪਿਆ, ਕੋਈ ਗਰੀਬੀ ਦੇ ਨਾਲ ਦੁਖੀ ਹੋਇਆ ਪਿਆ, ਕੋਈ ਅਮੀਰ ਹੋ ਕਰਕੇ ਦੁਖੀ ਹੋਇਆ ਪਿਆ। ਮਹਾਰਾਜ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਘਰ ਘਰ ਇਹ ਅੱਗ, ਇਸ ਹਰੇਕ ਘਰ ਘਰ ਦੇ ਵਿੱਚ ਹੀ ਇਹ ਫੈਲਿਆ ਹੋਇਆ, ਪਰ ਗੁਰਮੁਖ ਸੁਖੀ ਰਹਿੰਦੇ ਹਨ। ਜਿਵੇਂ ਬਾਬਾ ਫਰੀਦ ਸਾਹਿਬ ਜੀ ਮਹਾਰਾਜ ਨੇ ਵਚਨ ਕੀਤਾ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਮਹਾਰਾਜ ਜੀ ਕਹਿੰਦੇ ਹਨ, ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰੇ ਹਨ ਉਹ ਬੇਸ਼ੱਕ ਤਪਦੇ ਭੱਠੇ ਦੇ ਉੱਪਰ ਹੋਣ ਜਾਂ ਬਰਫ਼ ਦੇ ਵਿੱਚ ਵਹਿ ਜਾਣ, ਉਹਨਾਂ ਨੂੰ ਕੋਈ ਮਤਲਬ ਨਹੀਂ, ਉਹ ਦੁਖੀ ਨਹੀਂ ਹੁੰਦੇ। ਜੋ ਮਹਾਰਾਜ ਦੇ ਪਿਆਰੇ ਹਨ ਉਹ ਹਮੇਸ਼ਾ ਰਜਾ ਵਿੱਚ ਰਹਿੰਦੇ ਹਨ। ਜੇ ਦੁੱਖ ਆ ਵੀ ਜਾਵੇ ਉਸ ਨੂੰ ਭਾਣੇ ਵਿੱਚ ਰਹਿ ਕਰਕੇ ਸੁੱਖ ਸਮਝਦੇ ਹਨ। ਜੇ ਮਹਾਰਾਜ ਜੀ ਦਾ ਜਿਵੇਂ ਫਰਮਾਨ ਹੈ, ਚੌਥੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜੇ ਸੁੱਖ ਦੇਹ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ। ਹੇ ਮਹਾਰਾਜ, ਜੇ ਤੂੰ ਸਾਨੂੰ ਦੁੱਖ ਦੇਵੇਂਗਾ ਨਾ ਤਾਂ ਵੀ ਅਸੀਂ ਤੇਰੀ ਉਹ ਆਰਾਧਨਾ ਕਰਾਂਗੇ। ਪਾਤਸ਼ਾਹ
ਜੇ ਸੁੱਖ ਦੇਵੇਂਗਾ ਤਾਂ ਵੀ ਅਸੀਂ ਤੇਰੀ ਆਰਾਧਨਾ ਕਰਾਂਗੇ, ਤੇਰਾ ਸਿਮਰਨ ਕਰਾਂਗੇ। ਦੁੱਖ ਵੀ ਤੁਝੈ ਧਿਆਈ, ਮਹਾਰਾਜ ਜੇ ਦੁੱਖ ਦੇਵੇਂਗਾ ਫਿਰ ਵੀ ਅਸੀਂ ਆਪ ਜੀ ਦੀ ਆਰਾਧਨਾ ਕਰਾਂਗੇ, ਆਪ ਦਾ ਸਿਮਰਨ ਕਰਾਂਗੇ, ਹੋਰ ਪਾਸੇ ਨਹੀਂ ਜਾਂਦੇ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ, ਮਹਾਰਾਜ ਜੀ ਕਹਿੰਦੇ ਜੇ ਤੂੰ ਭੁੱਖੀ ਬਖਸ਼ ਦੇਵੇਂ, ਭਾਵ ਖਾਣ ਨੂੰ ਵੀ ਕੁਝ ਨਹੀਂ ਦੇਵੇਂ, ਤਾਂ ਅਸੀਂ ਇਹ ਸਬਰ ਕਰਕੇ ਰਹਾਂਗੇ ਕਿ ਵਾਹਿਗੁਰੂ ਨੇ ਇਹ ਜੋ ਬਖਸ਼ਿਸ਼ ਕੀਤੀ ਹੈ ਉਹ ਠੀਕ ਹੈ। ਮਹਾਰਾਜ ਜੀ ਕਹਿੰਦੇ ਦੁੱਖ ਵਿੱਚ ਸੁਖ ਮਨਾਈ, ਫਿਰ ਅਸੀਂ ਦੁੱਖ ਦੇ ਵਿੱਚ ਵੀ ਸੁੱਖ ਹੀ ਮੰਨਾਂਗੇ ਵੀ ਪਰਮਾਤਮਾ ਦੀ ਰਜ਼ਾ ਜੋ ਮਿਲਦਾ ਹੈ। ਦੁੱਖ ਵੀ ਕਈ ਪ੍ਰਕਾਰ ਦੇ ਹੁੰਦੇ ਹਨ। ਇੱਕ ਦੁੱਖ ਇਹ ਹੈ ਕਿ ਆਪਣੇ ਸਰੀਰ ਵਿੱਚੋਂ ਕੋਈ ਬਿਮਾਰੀ ਪੈਦਾ ਹੋ ਜਾਵੇ। ਦੂਜਾ, ਜੇ ਦੂਸਰੇ ਆਦਮੀ ਵੱਲੋਂ ਸਜ਼ਾ ਦਿੱਤੀ ਜਾਵੇ, ਜਿਵੇਂ ਰਾਜਾ ਕੈਦ ਕਰ ਦੇਵੇ, ਬੈਂਤ ਆਦਿਕ ਦੀ ਸਜ਼ਾ ਦੇਵੇ। ਅਗਿਆਨੀਆਂ ਨੂੰ ਅਗਿਆਨ ਕਰਕੇ ਜ਼ਿਆਦਾ ਦੁੱਖ ਲੱਗਦਾ ਹੈ, ਕਿਉਂਕਿ ਸਮਝਦੇ ਹਨ ਕਿ ਸਾਨੂੰ ਕਿਸੇ ਬੰਦੇ ਨੇ ਦੁੱਖ ਦਿੱਤਾ। ਦਿਲ ਵਿੱਚ ਉਸਦੇ ਰੋਸ ਕਰਦੇ ਹਨ। ਮਨਮੁੱਖਾਂ ਦੀ ਕੂਕਰ ਦ੍ਰਿਸ਼ਟੀ ਹੁੰਦੀ ਹੈ, ਸੋਟੇ ਤੇ ਗੁੱਸਾ ਕਰਦੇ ਹਨ, ਸੋਟਾ ਮਾਰਨ ਵਾਲੇ ਦਾ ਖਿਆਲ ਨਹੀਂ ਕਰਦੇ ਕਿ ਉਸਨੇ ਮਾਰਿਆ। ਗੁਰਮੁਖਾਂ ਦੇ ਦੁੱਖ ਇਸੇ ਕਰਕੇ ਮਾਲੂਮ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਸ਼ੇਰ ਦ੍ਰਿਸ਼ਟੀ ਹੁੰਦੀ ਹੈ। ਉਹ ਜਿਸ ਵੱਲੋਂ ਦੁੱਖ ਦਿੱਤਾ ਜਾ ਰਿਹਾ ਉਸ ਵੱਲ ਧਿਆਨ ਕਰਦੇ ਹਨ ਤੇ ਸਮਝਦੇ ਹਨ ਪਰਮੇਸ਼ਰ ਨਿਰਵੈਰ ਹੈ। ਫਲ ਵਰ ਦਾਤਾ ਵਾਹਿਗੁਰੂ ਨੇ ਸਾਡੇ ਕਰਮਾਂ ਦਾ ਨਤੀਜਾ ਸਾਨੂੰ ਹੀ ਭੁਗਤਾਇਆ ਹੈ। ਕਿਉਂ ਕਹਿੰਦੇ ਹਨ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨ। ਮਹਾਰਾਜ ਜੀ ਦਾ ਪੂਰਾ ਵਚਨ ਹੈ। ਆਸਾ ਦੇ ਦੱਦਾ ਦੋਸ ਨਾ ਦੇਉ ਕਿਸੈ। ਆਸਾ ਰਾਗ ਦੇ ਵਿੱਚ ਇੱਕ ਪੱਟੀ ਆਉਂਦੀ ਹੈ। ਪੱਟੀ ਦੇ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਨ ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਜੇ ਕਿ ਬਹੁਤੇ ਸੁਖ ਪ੍ਰਾਪਤ ਹੋ ਜਾਣ ਤਾਂ ਹੰਗਤਾ ਨਹੀਂ ਕਰਦੇ, ਉਦੋਂ ਵੀ ਇੱਕ ਰਸ ਹੀ ਰਹਿੰਦੇ ਹਨ ਤੇ ਸਮਝਦੇ ਹਨ ਕਿ ਪਰਮੇਸ਼ਰ ਦੀ ਕਿਰਪਾ ਨਾਲ ਹੀ ਸੁੱਖ ਮਿਲੇ। ਮਹਾਰਾਜ ਜੀ ਫਰਮਾਨ ਕਰਦੇ ਹਨ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਸ ਸੰਸਾਰ ਦੇ ਵਿੱਚ ਜਿਹੜੇ ਦੁੱਖ ਤੇ ਸੁੱਖ ਸਾਨੂੰ ਮਿਲਦੇ ਨੇ ਇਹ ਪ੍ਰਮਾਤਮਾ ਦੇ ਕੱਪੜੇ ਹਨ। ਉਹਦੇ ਦਰ ਦੇ ਦੋ ਕੱਪੜੇ ਹਨ। ਕਦੇ ਮਨੁੱਖ ਨੂੰ ਦੁੱਖਾਂ ਵਾਲਾ ਕੱਪੜਾ ਪਾਉਣਾ ਪੈਂਦਾ ਹੈ ਤੇ ਕਦੇ ਸੁੱਖਾਂ ਵਾਲਾ। ਹਰ ਇੱਕ ਪੀਰ ਪੈਗੰਬਰ ਅਵਤਾਰ ਨੂੰ ਕਿਸੇ ਨਾ ਕਿਸੇ ਸਮੇਂ ਦੁੱਖ ਝੱਲਣਾ ਪਿਆ। ਜਿਵੇਂ ਮਹਾਰਾਜ ਫਰਮਾਨ ਕਰਦੇ ਹਨ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਰੋਵਹਿ ਸੇਖ ਮਸਾਇਖ ਪੀਰ, ਅੰਤ ਕਾਲ ਮਤ ਲਾਗੈ ਭੀੜ। ਹੋਰ ਵੀ ਬੇਅੰਤ ਸਾਖੀਆਂ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਵੇਲੇ ਹਿੰਦੂਆਂ ਦੇ ਅਤਿਅੰਤ ਜ਼ੁਲਮ ਹੋ ਰਿਹਾ ਸੀ, ਔਰੰਗਜ਼ੇਬ ਨੇ ਹਰ ਰੋਜ਼ ਸਵਾ ਮਣ ਜੰਝੂ ਲਾ ਕੇ ਰੋਟੀ ਖਾਣ ਦਾ ਪ੍ਰਣ ਕੀਤਾ ਸੀ। ਹਿੰਦੂਆਂ ਦੀਆਂ ਬਹੁ ਬੇਟੀਆਂ ਦੀ ਕੋਈ ਇੱਜ਼ਤ ਨਹੀਂ ਸੀ। ਹਿੰਦੂ ਘੋੜੇ ਤੇ ਉੱਪਰ ਸਵਾਰ ਨਹੀਂ ਸਨ ਹੋ ਸਕਦੇ, ਕਣਕ ਦੀ ਰੋਟੀ ਨਹੀਂ ਸਨ ਖਾ ਸਕਦੇ, ਪੱਗ ਨਹੀਂ ਸਨ ਬੰਨ੍ਹ ਸਕਦੇ, ਆਪਣੇ ਇਸ਼ਟ ਦੀ ਪੂਜਾ ਨਹੀਂ ਕਰ ਸਕਦੇ ਸੀ। ਜਬਰਨ ਪੁੱਠਾ ਖਵਾਇਆ ਜਾਂਦਾ ਸੀ। ਹਿੰਦੂਆਂ ਦੇ ਮੰਦਰ ਕ੍ਰਿਸ਼ਨ ਜੀ ਦਾ ਜਨਮ ਸਥਾਨ ਅਯੁੱਧਿਆ, ਜਗਨਪੁਰੀ, ਜਗਨਾਥਪੁਰੀ ਆਦਿਕ ਮੰਦਰਾਂ ਦੇ ਵਿੱਚ ਗਿਰਾ ਕੇ ਉਦੋਂ ਦੀਆਂ ਉੱਪਰ ਬਣਾਈਆਂ ਹੋਈਆਂ ਮਸੀਤਾਂ ਅਜੇ ਤੱਕ ਮੌਜੂਦ ਹਨ। ਭਾਵ ਮੰਦਰਾਂ ਨੂੰ ਢਾਹ ਦਿੱਤਾ ਗਿਆ। ਭਾਵੇਂ ਮੱਥੇ ਤੇ ਤਿਲਕ ਲਾਉਣਾ, ਗਲ ਵਿੱਚ ਜੰਝੂ ਪਾਉਣਾ ਆਪ ਜੀ ਦਾ ਧਾਰਮਿਕ ਚਿੰਨ੍ਹ ਨਹੀਂ ਸੀ, ਪਰ ਫਿਰ ਵੀ ਆਪਣੇ ਸੁਭਾਅ ਦੇ ਅਨੁਸਾਰ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਸ਼ਰਨ ਵਿੱਚ ਆਏ ਦੁਖੀ ਹਿੰਦੂਆਂ ਦੀ ਬਾਂਹ ਫੜ ਕੇ ਸਾਰਿਆਂ ਦੇ ਦੁੱਖ ਆਪਣੀ ਝੋਲੀ ਦੇ ਵਿੱਚ ਲੈ ਲਏ। ਵਚਨ ਕੀਤਾ ਕਿ ਜਾਓ, ਅੱਜ ਤੋਂ ਤੁਸੀਂ ਸੁਖੀ ਹੋ ਜਾਓਗੇ। ਦੂਜਿਆਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਪਿੰਜਰਿਆਂ ਦੀ ਕੈਦ ਦੇ ਵਿੱਚ ਪੈ ਕੇ ਵੀ ਦੁੱਖ ਨੂੰ ਦੁੱਖ ਨਹੀਂ ਸਮਝਿਆ। ਜੇ ਚਾਹੁੰਦੇ ਤਾਂ ਆਪ ਜੀ ਦਾ ਸ਼ਰਾਪ ਦੇ ਕਰਕੇ ਸਾਰੇ ਤੁਕਰਾਨੇ ਨੂੰ ਨਾਸ਼ ਕਰ ਦਿੰਦੇ, ਪਰ ਭਾਣੇ ਦੇ ਮਾਲਕ ਸਤਿਗੁਰਾਂ ਨੇ ਇੱਕ ਵੀ ਸ਼ਰਾਪ ਦਾ ਬਚਨ ਮੂੰਹੋਂ ਨਹੀਂ ਕੱਢਿਆ। ਭਾਈ ਮਤੀ ਦਾਸ ਨੇ ਸ਼ਕਤੀ ਦਿਖਾਉਣੀ ਚਾਹੀ, ਕਿਹਾ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਤਾਂ ਹਜ਼ੂਰ ਨੇ ਉਸ ਦੀ ਬਾਂਹ ਫੜ ਕੇ ਸਾਰੀ ਸ਼ਕਤੀ ਖਿੱਚ ਲਈ।
ਭਾਈ ਮਤੀ ਦਾਸ ਜੀ ਦੇ ਨੇ ਭਾਣੇ ਵਿੱਚ ਰਹਿ ਕੇ ਆਪਣਾ ਤਨ ਭਾਵੇਂ ਆਰੇ ਨਾਲ ਚਿਰਵਾ ਲਿਆ, ਪਰ ਹਜ਼ੂਰ ਦੇ ਹੁਕਮ ਨੂੰ ਮੰਨ ਕੇ ਸ਼ਰਾਪ ਨਹੀਂ ਦਿੱਤਾ। ਇਸ ਤਰ੍ਹਾਂ ਭਾਈ ਦਿਆਲ ਦਾਸ ਜੀ ਸਤਿਗੁਰਾਂ ਦੀ ਸਿੱਖਿਆ ਨੂੰ ਪਾਲਦਿਆਂ ਹੋਇਆਂ ਦੇਗ ਵਿੱਚ ਉਬਾਲੇ ਖਾਧੇ ਕੋਈ ਸ਼ਰਾਪ ਨਹੀਂ ਦਿੱਤਾ। ਇਹੋ ਜਿਹੀ ਅਵਸਥਾ ਟੀਕੇ ਲਗਵਾ ਕੇ, ਮਾਸ ਸਵਾ ਕੇ ਜਾਂ ਹੱਠ ਨਾਲ ਪ੍ਰਾਪਤ ਨਹੀਂ ਹੁੰਦੀ, ਸਗੋਂ ਸਤਿਗੁਰਾਂ ਦੀ ਸਿੱਖਿਆ ਕਮਾਉਂਦਿਆਂ ਹੋਇਆਂ, ਸਿਮਰਨ ਕਰਦਿਆਂ ਹੋਇਆਂ, ਸੇਵਾ ਕਰਦਿਆਂ ਹੋਇਆਂ, ਸਿਦਕ ਰੱਖਣ ਕਰਕੇ ਪ੍ਰਾਪਤ ਹੁੰਦੀ ਹੈ। ਕਿਉਂ ਗੁਰਮੁਖ ਦੁੱਖ ਨੂੰ ਦੁੱਖ ਨਹੀਂ ਮੰਨਦੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਵੇਂ ਆਪਣੇ ਕੱਪੜੇ ਨੇ ਪੱਕੇ ਰੰਗਾਂ ਦੇ, ਬੇਸ਼ੱਕ ਉਹਨਾਂ ਨੂੰ ਆਪਾਂ ਪਾਣੀ 'ਚ ਉਬਾਲੀਏ ਜਾਂ ਮਿੱਟੀ ਰੇਤੇ 'ਚ ਮਿਲਾਈਏ ਜਾਂ ਉਹਨੂੰ ਪਾੜ ਦਈਏ, ਲੀਰ ਲੀਰ ਕਰ ਦਈਏ ਕੱਪੜਿਆਂ ਦੀ, ਪਰ ਜਿਹੜਾ ਰੰਗ ਹੈ ਨਾ, ਉਹ ਨਹੀਂ ਆਪਾਂ ਵਿੱਚੋਂ ਕੱਢ ਸਕਦੇ। ਇਸ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ, ਉਹਨਾਂ ਦਾ ਨਾਮ ਦਾ ਰੰਗ ਨਹੀਂ ਕੋਈ ਲਾ ਸਕਦਾ, ਬੇਸ਼ੱਕ ਉਹਨਾਂ ਨੂੰ ਕਿੰਨੀਆਂ ਸਜ਼ਾ ਮਿਲੀ ਜਾਣ। ਸਤਿਗੁਰਾਂ ਨੇ ਵਚਨ ਕੇਵਲ ਲਿਖਿਆ ਹੀ ਨਹੀਂ, ਸਗੋਂ ਕਮਾ ਕੇ ਵਿਖਾਇਆ, ਜਿਸ ਦੀ ਨਾਲ ਇੱਕ ਰਸ ਅੰਦਰੋਂ ਲਿਵ ਲੱਗ ਜਾਵੇ ਤੇ ਦੇਗ ਦੀ ਹੰਗਤਾ ਤੋਂ ਪਰੇ ਹੋ ਜਾਵੇ, ਉਹ ਗੁਰਮੁਖ ਇਸ ਪਦਵੀ ਤੋਂ ਪਹੁੰਚਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ, ਤਿੱਥੈ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਬਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਮਹਾਰਾਜ ਜੀ ਦਾ ਵਚਨ ਹੈ, ਕਹਿੰਦੇ ਭਾਈ ਰੱਬ ਦੇ ਪਿਆਰੇ ਗੁਰਮੁਖ ਜਨ ਸਹਿਜ ਦੇ ਵਿੱਚ ਆਪਣੇ ਮਨ ਨੂੰ ਦਸਵੇਂ ਆਕਾਸ਼ ਦੇ ਵਿੱਚ ਚੜਾ ਲੈਂਦੇ ਨੇ, ਤੇ ਉੱਥੇ ਨਾ ਤਾਂ ਕੋਈ ਊਂਘ ਹੈ, ਨੀਂਦ ਨਹੀਂ ਆਉਂਦੀ, ਜਿਵੇਂ ਆਪਾਂ ਨੂੰ ਸੁਸਤੀ ਆ ਜਾਂਦੀ ਹੈ, ਸੌਣ ਤੋਂ ਲੇਟ ਹੋ ਜਾਈਏ ਨਾ, ਵੱਡੀਆਂ ਵੱਡੀਆਂ ਬਾਸੀਆਂ ਆਉਂਦੀਆਂ ਨੇ, ਤੇ ਫਿਰ ਰੋਟੀ ਖਾਣ ਤੋਂ ਘੰਟਾ ਅੱਧਾ ਘੰਟਾ ਲੇਟ ਹੋ ਜਾਈਏ, ਭੁੱਖ ਲੱਗ ਜਾਂਦੀ ਹੈ, ਜਾਨ ਨਿਕਲਣ ਲੱਗ ਜਾਂਦੀ ਹੈ। ਮਹਾਰਾਜ ਜੀ ਕਹਿੰਦੇ, ਜਿੱਥੇ ਰੱਬ ਦੇ ਪਿਆਰੇ ਵਸਦੇ ਨੇ, ਉੱਥੇ ਨਾ ਊਂਘ ਹੈ ਤੇ ਨਾ ਹੀ ਭੁੱਖ ਹੈ, ਤੇ ਅੰਮ੍ਰਿਤ ਨਾਮ ਸੁਖ ਬਾਸ, ਅੰਮ੍ਰਿਤ ਦੇ ਨਾਮ ਦਾ ਸੁਖ ਦਾ ਵਾਸਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਜਿੱਥੇ ਆਤਮ ਰਾਮ ਪ੍ਰਗਾਸ ਹੈ ਨਾ, ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੈ ਜਿਸ ਆਤਮਾ ਦੇ ਵਿੱਚ, ਤੇ ਉਹਨੂੰ ਦੁੱਖ ਤੇ ਸੁੱਖ ਦਾ ਕੋਈ ਮਤਲਬ ਨਹੀਂ ਹੁੰਦਾ। ਤੇ ਹੋਰ ਕਿਹੜੇ ਗੁਣ ਹਨ? ਮਹਾਰਾਜ ਜੀ ਆਪਣੇ ਪਵਿੱਤਰ ਮੁਖ ਵਾਕ ਦੀ ਅਗਲੀ ਪੰਕਤੀ ਦੇ ਵਿੱਚ ਦੱਸਦੇ ਹਨ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਹੁਣ ਜਿਵੇਂ ਆਪਾਂ ਪਹਿਲੀ ਪੰਕਤੀਆਂ ਸ਼ਰਵਣ ਕਰੀਆਂ ਸੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਉਸ ਪੰਗਤ ਦੇ ਵਿੱਚ ਸੀ ਕਿ ਜੋ ਨਰ ਦੁੱਖ ਦੇ ਵਿੱਚ ਦੁੱਖ ਹੀ ਨਹੀਂ ਮੰਨਦਾ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸੁੱਖ ਨਾਲ ਸਨੇਹੋ ਪਿਆਰ ਨਹੀਂ ਰੱਖਦਾ, ਕਿਸੇ ਦਾ ਭੈ ਡਰ ਨਹੀਂ ਮੰਨਦਾ। ਕੰਚਨ ਸੋਨੇ ਤੇ ਮਾਟੀ ਮਿੱਟੀ ਨੂੰ ਇੱਕੋ ਜਿਹਾ ਮੰਨਦਾ ਹੈ। ਉਹ ਜ਼ਿੰਦਗੀ ਦੇ ਸੁੱਖਾਂ ਦੇ ਨਾਲ ਪ੍ਰੇਮ ਨਹੀਂ ਕਰਦਾ ਅਤੇ ਮੌਤ ਦਾ ਡਰ ਨਹੀਂ ਮੰਨਦਾ। ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਪਾਸੇ ਤਾਂ ਸੂਬੇ ਦੀਆਂ ਧੀਆਂ ਦੇ ਡੋਲੇ ਤੇ ਜੰਗੀਰਾਂ ਦੇ ਸੁੱਖ ਦੇ ਰਹੇ ਹਨ, ਤੇ ਦੂਜੇ ਪਾਸੇ ਜਲਾਲ ਤਲਵਾਰ ਨੰਗੀ ਕਰਕੇ ਖੜਾ, ਸੁੱਖ ਵੱਲ ਧਿਆਨ, ਮੌਤ ਦੇ ਡਰਦਾ ਨਹੀਂ, ਤੇ ਸੋਨੇ ਤੇ ਮਿੱਟੀ ਨੂੰ ਸਾਦਰਸ਼ ਸਮਝਦੇ ਹਨ। ਭਾਵ ਹੁਣ ਇਹ ਬੜੀ ਵੱਡੀ ਅਵਸਥਾ ਹੈ। ਜਿਵੇਂ ਆਪਾਂ ਨੂੰ ਸੋਨਾ ਤੇ ਮਿੱਟੀ ਇਕੱਠੀਆਂ ਕਰਕੇ ਦਿੱਤੇ ਜਾਵੇ, ਆਪਾਂ ਕੀ ਚੱਕਾਂਗੇ? ਆਪਾਂ ਤਾਂ ਸੋਨਾ ਹੀ ਚੱਕਾਂਗੇ ਨਾ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਉਹ ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਮੰਨਦੇ ਹਨ। ਮਹਾਰਾਜ ਜੀ ਦਾ ਫਰਮਾਨ ਹੈ, ਜਿਨ ਸਰਦਾ ਰਾਮ ਨਾਮ ਲੱਗੀ, ਤਿਨ ਦੂਜਾ ਚਿੱਤ ਨਾ ਲਾਇਆ ਰਾਮ। ਜਿਹਦੀ ਸਰਦਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲੱਗ ਗਈ ਨਾ, ਉਹਦਾ ਜਿਹੜਾ ਚਿੱਤ ਮਨ ਹੈ ਹੋਰ ਪਾਸੇ ਨਹੀਂ ਲੱਗਦਾ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਪਾਇਆ ਰਾਮ। ਮਹਾਰਾਜ ਜੀ ਕਹਿੰਦੇ, ਜੇ ਸਾਰੀ ਧਰਤੀ ਨੂੰ ਸੋਨੇ ਦੀ ਬਣਾ ਦਈਏ, ਸੋਨੇ ਦੀ ਸਾਰੀ ਧਰਤੀ ਬਣ ਜਾਵੇ, ਪਰ ਜਿਹੜੇ ਰੱਬ ਦੇ ਪਿਆਰੇ ਨੇ
महाराज जी कहते बिन नाव है वाहिगुरु दे नाम तो बिना अवर ना पाया राम, होर नहीं उन्होंने भावना करता। महाराज जी रहाओ दा विश्राम दे करके फरमान करते ਹਨ रहाओ, नह निंदिया नह उस्तत जाकै, लोभ मोह अभिमाना। जिसके मन विच ना तां निंदिया ते ना ही उस्तति है ते ना ही लोभ मोह हंकार है। जवान नाल किसी की निंदिया नहीं करते ते ना ही चुगलियां करते हैं, ना ही अपने स्वार्थ वास्ते किसी की अणहोई उस्तति करते हैं। क्यों क्यों जानते हैं, पातशाह जी का फरमान है, दुनिया ना सलाहे जो मर बंज सी, लोका ना सलाहे जो मर खाक थी। महाराज जी कहे दुनिया का की सलाउना, ਇਹਦਾ ਕਰਮਾਂ ਅਨੁਸਾਰ ਮਰਨ ਤੋਂ ਬਾਅਦ ਬੰਨੀ ਜਾਣੀ ਆ। ਮਾੜੇ ਕਰਮ ਵਾਲਿਆਂ ਨੂੰ ਬੰਨ ਲਿਆ ਜਾਵੇਗਾ। ਲੋਕਾਂ ਨਾ ਸੁਲਾਹੇ ਜੋ ਮਰ ਖਾਕ ਥੀ, ਜਿਹੜੇ ਲੋਕ ਨੇ ਉਹਨਾਂ ਨੂੰ ਕੀ ਸੁਲਾਉਣਾ। ਪਾਤਸ਼ਾਹ ਜੀ ਕਹਿੰਦੇ ਤਾਂ ਮਰ ਕਰਕੇ ਅੰਤ ਸਮੇਂ ਖਾਕ ਹੋ ਜਾਣਗੇ। ਤਾਂ ਬਾਹੋ ਮੇਰੇ ਸਾਹਿਬਾ ਬਾਹੋ, ਗੁਰਮੁਖ ਸਦਾ ਸਲਾਹੀ ਹੈ ਸੱਚਾ ਬੇਪਰਵਾਹ। महाराज जी कहते हे मेरे पातशाह, तू बड़ा वड्डा वाहो है, वाह है बड़ा वड्डा है, क्योंकि ताइयों तेनों गुरमुख सलाउंदे ने, तू सच्चा बेपरवाह है। महाराज जी फरमान करते हैं, कहते भाई जिस तरह बाहो बाहो सच्चे पातशाह तू सच्ची नाई, एको जप एको साल आहे, एक सिमर एको मन आहे। अपनी निंदिया सुन के सुंगड़ते नहीं, अपनी उस्तति सुन के फुलते नहीं। लोभ उन्होंने किसी चीज़ का लोभ नहीं, संतोख रखते हैं। जिमें आगरे दे रहन वाला बाबा घाही जहांगीर नूं सच्चा पातशाह समझ के उसदे तंबू दे विच गया ते 2 पैसे रख के कहा जी मुक्ति बख्शो। जहांगीर कहन लगा मैं हाथी घोड़े हीरे जवरात जगीरा अनखता दे सकदा, पर मैं मुक्ति नहीं दे सकता। बाबे ने सिर फेर दिता कि आप कह दिता मैनू इन्हां चीज़ां की लोड़ नहीं है, ते मैनू तां कल्ली मुक्ति की लोड़ आ। ते ओने ओ जहांगीर दे मूहरे जिहड़े 2 पैसे टेके सी ना, वो अपने पैसे वापस चक के छेवें पातशाह जी के चरणों के जाके भेटा की। वो शरीर का भी मोह नहीं करते, क्योंकि इयों कहते हैं तन मन काट काट सब अर्पी, विच अग्नि आप जलाई। महाराज जी फरमान करते हैं, जिमें सारुक्तावली दे विच एक लेख आउंदा, सारुक्तावली का रचेता कहन लगा तन गंदगी दी कोठड़ी हर हीरियां दी खान, जे सिर दित्तियां हर मिलै तो भी सस्ता जान। कहते ये जिहड़ा तन है तो गंदगी की कोठड़ी है, ते परमात्मा जिहड़ा वाहिगुरू हीरियां की खान है। जे सिर दे करके वाहिगुरू मिल जावे फिर भी कहते इन्हूं सस्ता मनना करिए। मेरे पातशाह फरमान करते हैं, कहते भाई ये जिहड़ा इंसान है मनुख है, नह निंदिया नह उस्तत जाकै, लोभ मोह अभिमाना। हुण अपना नूं जे कोई अपनी कोई उस्तति करे असीं बड़े खुश होंदे आ, बड़े फुलदे आ, ते जेकर कोई अपनी निंदिया करे ते आपां सुंगड़ जाने आ, भाव गुस्से होंदे आ। फिर कई साल कई समय तक फिर उते गुस्सा रखदे आ भी इहने साडी निंदिया करी सी। इस तरह एक साखी आउंदी आ, उहदे विच फरमान है, एक मंकण ऋषि होया, तप करदे करदे लहू तो हरा पानी बन गया, खुशी विच नच्चण लग पिया, जिस करके सारी धरती डोलण लग पई। धरती दे जीवां ने परमात्मा अगे पुकार की थी कि धरती नूं डोलण तो हटा के साडी रखिया करो। परमात्मा ने रखिया वास्ते बेनती प्रवान करके शिव जी नूं ऋषि पास भेजिया। शिव जी ने आके पुछना किया कि ऋषि जी क्यों नच रहे हो। ऋषि ने कहा तप करन करके मेरा जिहड़ा लहू है वह हरा पानी बन गया, तां नचदा। शिव जी ने अपने मास पाड़ के उन्होंने सुआह कढ़ के दिखाई, क्या वेख मेरे शरीर में तप करदियां पानी भी नहीं रहा, सुआह बन गई, मैं फिर भी हंकार नहीं कर रहा।
ਤਾਂ ਰਿਖੀ ਨੱਚਣੋਂ ਹਟ ਗਿਆ। ਪਰ ਮਹਾਰਾਜ ਜੀ ਫੁਰਮਾਨ ਕਰਦੇ ਹਨ, ਧੰਨ ਗੁਰੂ ਜੀ ਕਿੰਨੀ ਨਿਮਰਤਾ ਦੇ ਵਿੱਚ ਫੁਰਮਾਨ ਕਰਦੇ ਹਨ, ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲਾਇਓ ਵਡਾਈ। ਜਿਹੜਾ ਨਾਨਕ ਹੈ ਉਹ ਦੁਆਰੇ ਦੇ ਉੱਪਰ ਢਹਿ ਗਿਆ, ਇਸ ਕਰਕੇ ਮੇਲਣਾ ਕਰੋ। ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਭਾਵ ਗੁਰੂ ਨਾਨਕ ਦੇਵ ਸਾਹਿਬ ਜੀ ਜਿਹੜੇ ਖੁਦ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਆਏ ਸੀ, ਤੇ ਉਹਨਾਂ ਨੇ ਹੰਕਾਰ ਹੀ ਨਹੀਂ ਕੀਤਾ। ਉਹ ਕਹਿਣ ਲੱਗੇ ਨਾਨਕ ਦਾਸ ਇਹ ਸੁਖ ਮੰਗੈ, ਇਹੀ ਸੁਖ ਮੰਗਦਾ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂਰੀ ਬਣਾ ਦੇ। ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਰਹਿਤਨਾਮੇ ਦੇ ਵਿੱਚ ਭਾਈ ਦੇਸਾ ਸਿੰਘ ਜੀ ਜੋ ਮਹਾਰਾਜ ਜੀ ਦੇ ਨਾਲ ਰਹਿਣ ਵਾਲੇ ਸਿੱਖ ਸਨ, ਉਹ ਆਪਣੇ ਰਹਿਤਨਾਮੇ ਦੇ ਵਿੱਚ ਇਉਂ ਫੁਰਮਾਨ ਕਰਦੇ ਹਨ, ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ। ਭਾਵ ਜਿਹੜਾ ਸਿੱਖ ਰਹਿਣੀ ਦੇ ਵਿੱਚ ਪੱਕਾ ਰਹਿੰਦਾ, ਮਹਾਰਾਜ ਜੀ ਕਹਿੰਦੇ ਮੈਂ ਉਹ ਤਾਂ ਸਾਹਿਬ ਹੈ, ਮੈਂ ਉਸ ਦਾ ਚੇਲਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਕਿੱਡੀ ਨਿਮਰਤਾ ਹੈ। ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਹਰਖ ਸੋਗ ਤੋਂ ਨਿਰਾਲਾ ਰਹਿੰਦੇ ਨੇ, ਮਾਨ ਆਦਰ ਅਪਮਾਨਾ ਨਿਰਾਦਰ ਵੀ ਨਹੀਂ ਜਾਣਦੇ, ਪਦਾਰਥਾਂ ਦੇ ਆਉਣ ਤੋਂ ਖੁਸ਼ ਨਹੀਂ ਹੁੰਦੇ ਤੇ ਚਲੇ ਜਾਣ ਤੋਂ ਸੋਗ ਅਫਸੋਸ ਨਹੀਂ ਕਰਦੇ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਧੰਨ ਧੰਨ ਬਾਬਾ ਰਵਿਦਾਸ ਭਗਤ ਜੀ ਮਹਾਰਾਜ ਜਬ ਕਛ ਪਾਵੈ ਤਬ ਗਰਭ ਕਰਤ ਹੈ। ਕਹਿੰਦੇ ਜਦੋਂ ਇਸ ਨੂੰ ਕੋਈ ਚੀਜ਼ ਮਿਲ ਜਾਵੇ ਨਾ ਤਾਂ ਫਿਰ ਇਹ ਗਰਭ ਹੰਕਾਰ ਕਰਦਾ ਵੀ ਫਿਰ ਆਪਦੇ ਆਪ ਨੂੰ ਚੰਗਾ ਜਣਾਉਂਦਾ, ਕਹਿੰਦਾ ਵੀ ਮੈਂ ਮਿਹਨਤ ਕਰੀ ਤਾਂ ਇਹ ਪ੍ਰਾਪਤ ਹੋਈ, ਮੈਂ ਤਾਂ ਰਾਤ ਨੂੰ ਉੱਠਦਾ ਰਹਿੰਦਾ ਸੀ, ਮੈਂ ਇੰਨੇ ਘੰਟੇ ਕੰਮ ਤੇ ਲਾਉਂਦਾ ਸੀ ਤਾਂ ਪ੍ਰਾਪਤ ਹੋਈ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਮਾਇਆ ਗਈ ਤਬ ਰੋਵਣ ਲੱਗਤ ਹੈ। ਜਦੋਂ ਇਹਨੂੰ ਕੋਈ ਚੀਜ਼ ਮਿਲ ਜਾਵੇ ਤਾਂ ਇਹ ਹੰਕਾਰ ਕਰਦਾ, ਪਰ ਜਦੋਂ ਕੋਈ ਚੀਜ਼ ਇਹਦੇ ਕੋਲੋਂ ਚਲੀ ਜਾਵੇ ਫਿਰ ਇਹ ਰੋਂਦਾ, ਚੰਗਿਆੜਾ ਮਾਰਦਾ। ਭਾਵ ਕਹਿਣ ਲੱਗਾ ਵੀ ਇਹ ਤਾਂ ਰੱਬ ਨੇ ਖੋਹ ਲਈ, ਰੱਬ ਖੋ ਕੇ ਲੈ ਗਿਆ। ਜੇ ਤਾਂ ਪ੍ਰਾਪਤ ਕਰੀ ਤਾਂ ਮੈਂ ਕਰੀ, ਜੇ ਖੋਹੀ ਗਈ ਤਾਂ ਰੱਬ ਨੇ ਖੋਹ ਲਈ। ਮਹਾਰਾਜ ਜੀ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਭਾਈ, ਤੇ ਇਸ ਤਰ੍ਹਾਂ ਹਰਖ ਸੋਗ ਕਰਨ ਵਾਲਿਆਂ ਦੀਆਂ ਬੇਅੰਤ ਸਾਖੀਆਂ ਨੇ। ਪਰ ਧੰਨ ਸਤਿਗੁਰੂ ਕਲਗੀਆਂ ਵਾਲੇ ਜਦੋਂ ਹਜ਼ੂਰ ਚਮਕੌਰ ਸਾਹਿਬ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਨੰਗੇ ਚਰਨੀ ਜਾ ਕੇ ਟਿੰਡ ਦਾ ਸਰਾਣਾ ਲਾ ਕੇ ਵਿਰਾਜ ਰਹੇ ਸਨ, ਪੁੱਛਣ ਤਿਉ ਇਉਂ ਫਰਮਾਇਆ, ਹਾਰੀਐ ਨਾ ਹਿੰਮਤ ਵਿਸਾਰੀਐ ਨਾ ਹਰੀ ਨਾਮ, ਜੈਸੀ ਬਿਦ ਰਾਖੈ ਰਾਮ ਤੈਸੀ ਬਿਦ ਰਹੀਐ। ਭਾਵ ਮਹਾਰਾਜ ਜੀ ਕਹਿੰਦੇ ਭਾਈ ਹਿੰਮਤ ਨਹੀਂ ਹਾਰਨੀ ਚਾਹੀਦੀ, ਰੱਬ ਦਾ ਨਾਮ ਵਿਸਾਰਨਾ ਨਹੀਂ ਚਾਹੀਦਾ। ਜਿਹੋ ਜੀ ਵਿਦ ਪਰਮਾਤਮਾ ਪੈਦਾ ਕਰਵੇ ਤੇ ਉਸੇ ਵਿਦ ਦੇ ਵਿੱਚ ਰਹਿਣਾ ਮਨਜ਼ੂਰ ਕਰੋ, ਕਿਉਂਕਿ ਰਹਿਣਾ ਤਾਂ ਪੈਣਾ ਹੀ ਆ। ਜੇ ਮਨਜ਼ੂਰ ਕਰਕੇ ਰਹਿਣਾਂਗੇ ਤਾਂ ਸੌਖੇ ਰਵਾਂਗੇ, ਤੇ ਜੇ ਨਾ ਮਨਜ਼ੂਰ ਕਰਾਂਗੇ ਰਹਿਣਾ ਫਿਰ ਵੀ ਪਵੇਗਾ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਮਹਾਰਾਜ ਜੀ ਕਹਿੰਦੇ ਸਾਨੂੰ ਯਾਰੜੇ ਦਾ ਜਿਹੜਾ ਸੱਥਰ ਚੰਗਾ ਹੈ, ਤੇ ਜਿਹੜਾ ਭੱਠ ਬਸਦੇ ਖੇੜੇ ਦੇ ਵਿੱਚ ਰਹਿਣਾ ਰੱਬ ਦੇ ਨਾਮ ਤੋਂ ਬਿਨਾਂ ਉਹ ਭੱਠੀ ਦੀ ਤਰ੍ਹਾਂ ਹੈ। ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ। ਮਨਸਾ ਬੁੱਧੀ ਵਿੱਚੋਂ ਸਭ ਪਦਾਰਥਾਂ ਦੀ ਆਸਾ ਤਿਆਗਦਾ ਹੈ ਤੇ ਸੰਸਾਰ ਤੋਂ ਨਿਰਾਸ਼ ਹੋ ਕੇ ਰਹਿੰਦਾ ਹੈ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਕਾਮ ਕੋ ਅਦਕ ਵਿਕਾਰ ਜਿਸ ਨੂੰ ਪਰਸੈ ਸਪਰਸ ਨਹੀਂ ਕਰਦੇ, ਉਸ ਪੁਰਸ਼ ਦੇ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ, ਭਾਵ ਉਸ ਨੂੰ ਬ੍ਰਹਮ ਦੀ ਸਾਖਿਤਾ ਹੁੰਦੀ ਹੈ। ਇਹ ਵਿਕਾਰ ਬਹੁਤ ਬਲੀ ਹਨ, ਜਿਨ੍ਹਾਂ ਨੇ ਵੱਡਿਆਂ ਵੱਡਿਆਂ ਰਿਖੀਆਂ ਮੁਨੀਆਂ ਤਪੀਸਰਾਂ ਅਤੇ ਦੇਵਤਿਆਂ ਨੂੰ ਵੀ ਨਹੀਂ ਛੱਡਿਆ। ਜਿਵੇਂ ਮਹਾਰਾਜ ਜੀ ਕਾਮ ਦੇ ਬਾਬਤ ਫੁਰਮਾਨ ਕਰਦੇ ਹਨ, ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣ ਹੈ। ਭਾਵ ਜਿਸ ਮਨੁੱਖ ਤੇ ਵੀ ਕਾਮ ਹਾਵੀ ਹੋ ਗਿਆ, ਜਿਸ ਮਨੁੱਖ ਨੂੰ ਕਾਮ ਨੇ ਆਪਣੇ ਕਲਾਵੇ ਦੇ ਵਿੱਚ ਲੈ ਲਿਆ, ਮਹਾਰਾਜ ਜੀ ਕਹਿੰਦੇ ਉਸ ਨੂੰ ਨਰਕ ਦੇ ਵਿੱਚ ਵਿਸ਼ਰਾਮ ਹੁੰਦਾ।
ਤੇ ਬੜੀਆਂ ਜੋਨੀਆਂ ਭੋਗਣੀਆਂ ਪੈਂਦੀਆਂ ਹਨ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਹ ਜਿਹੜੀਆਂ ਅਵਸਥਾਵਾਂ ਹਨ ਇਹ ਰੱਬ ਦੇ ਪਿਆਰਿਆਂ ਦੀਆਂ ਹਨ। ਤੇ ਘਟ ਬ੍ਰਹਮ ਨਿਵਾਸਾ, ਜਿਸ ਨੂੰ ਇਹ ਕਾਮ ਕ੍ਰੋਧ ਲੋਭ ਮੋਹ ਆਦਿ ਸੋਂਦੇ ਨਹੀਂ, ਭਾਵ ਜਿਸ ਦਾ ਨਿਰਵਿਕਾਰ ਜੀਵਨ ਹੈ ਉਸ ਦੇ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਹੁੰਦਾ ਹੈ, ਭਾਵ ਵਾਹਿਗੁਰੂ ਉਸ ਨੂੰ ਸਾਖਿਆਤਕਾਰ ਹੁੰਦਾ ਹੈ। ਇਹ ਅਵਸਥਾ ਕਿਸ ਨੂੰ ਪ੍ਰਾਪਤ ਹੁੰਦੀ ਹੈ? ਮਹਾਰਾਜ ਜੀ ਫਰਮਾਨ ਕਰਦੇ ਹਨ, ਗੁਰ ਕਿਰਪਾ ਜੇ ਨਰ ਕਉ ਕੀਨੀ, ਤੇਹ ਇਹ ਜੁਗਤ ਪਛਾਨੀ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਕਿਰਪਾ ਜਿਹੜੇ ਮਨੁੱਖ ਦੇ ਉੱਪਰ ਹੁੰਦੀ ਹੈ ਉਸ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਬਖਸ਼ਣ ਦੀ ਸਦਕਾ ਇਹ ਜੁਗਤ ਨੂੰ ਪਛਾਣ ਸਕਦਾ ਹੈ। ਫਿਰ ਮਹਾਰਾਜ ਜੀ ਕਹਿੰਦੇ ਇਹ ਜੁਗਤੀ ਪਛਾਣਨ ਤੋਂ ਬਾਅਦ ਫਿਰ ਕੀ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਮਹਾਰਾਜ ਜੀ ਕਥਨ ਕਰਦੇ ਹਨ, ਉਹ ਪੁਰਸ਼ ਗੋਬਿੰਦ ਦੇ ਨਾਲ ਇਸ ਤਰ੍ਹਾਂ ਮਿਲ ਜਾਂਦਾ ਹੈ ਜਿਵੇਂ ਪਾਣੀ ਦੇ ਨਾਲ ਪਾਣੀ, ਭਾਵ ਪਾਣੀ ਇੱਕ ਗੰਦਾ ਪਾਣੀ ਤੇ ਇੱਕ ਮੰਦਾ ਪਾਣੀ, ਦੋਨਾਂ ਨੂੰ ਆਪਸ ਵਿੱਚ ਮਿਲਾ ਦੋ ਇੱਕੋ ਹੀ ਰੂਪ ਹੋ ਜਾਵੇਗਾ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਹੜੇ ਰੱਬ ਦੇ ਪਿਆਰੇ ਹਨ ਉਹ ਇਸ ਤਰ੍ਹਾਂ ਪਾਤਸ਼ਾਹ ਦੀ ਪਰਮਾਤਮਾ ਨਾਲ ਅਭੇਦ ਹੋ ਜਾਂਦੇ ਹਨ, ਜਿਵੇਂ ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਬਾਬਾ ਕਬੀਰ ਸਾਹਿਬ ਜੀ, ਜਿਉ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੁਲਾਹੋ। ਬਾਬਾ ਕਬੀਰ ਸਾਹਿਬ ਜੀ ਆਪਣੀ ਗੱਲ ਕਰਦੇ ਨੇ ਕਿ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਪਾਣੀ ਪੈ ਕਰਕੇ ਦੁਬਾਰੇ ਨਹੀਂ ਕੱਢਿਆ ਜਾ ਸਕਦਾ, ਉਹੀ ਪਾਣੀ ਦੋ ਸਾਫ਼ ਤੇ ਗੰਦਾ ਪਾਣੀ ਵੱਖਰਾ ਵੱਖਰਾ ਨਹੀਂ ਕਰਿਆ ਜਾ ਸਕਦਾ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਜਿਹੜਾ ਜੁਲਾਹਾ ਹੈ, ਆਪਣੇ ਆਪ ਨੂੰ ਕਹਿੰਦੇ ਨੇ ਕਬੀਰ ਜੁਲਾਹਾ ਹੈ, ਜਿਹੜਾ ਉਹ ਧੁਰ ਤੋਂ ਮਿਲ ਗਿਆ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੋ ਇੱਥੇ ਜਿਹੜਾ ਸ਼ਬਦ ਸੀ ਇਹ ਸਮਾਪਤ ਹੈ, ਕਿਉਂਕਿ ਆਪਣਾ ਜਿਹੜਾ ਕਾਰਜ ਹੈ ਘਰੇਲੂ ਕੰਮ ਨੇ ਉਹ ਸੂਰਜ ਦੇਵਤੇ ਦੇ ਨਾਲ ਆਰੰਭ ਹੋ ਜਾਂਦੇ ਨੇ। ਹੁਣ ਜਿਹੜਾ ਸੂਰਜ ਦੇਵਤਾ ਹੈ ਇਹ 6:20 ਦੇ ਉੱਪਰ ਆ ਕਰਕੇ ਆਪਣੀ ਹਾਜ਼ਰੀ ਦੇ ਦਿੰਦਾ ਹੈ ਵੀ ਭਾਈ ਮੈਂ ਆ ਗਿਆ, ਤੇ ਉਦੋਂ ਹੀ ਆਪਣੇ ਜਿਹੜੇ ਕੰਮ ਨੇ ਧੰਦੇ ਧੰਦਾਰੂ ਆਰੰਭ ਹੋ ਜਾਂਦੇ ਨੇ। ਤੇ ਜਦੋਂ ਆਪਣੇ ਕੰਮ ਆਰੰਭ ਹੋ ਜਾਂਦੇ ਨੇ ਫਿਰ ਆਪਾਂ ਨੂੰ ਕੋਈ ਕਥਾ ਵਾਰਤਾ ਪਾਠ ਹੈ ਉਹ ਸੁਣਨਾ ਵੀ ਨਹੀਂ ਚੰਗਾ ਲੱਗਦਾ, ਕਿਉਂਕਿ ਸਾਡੇ ਜਿਹੜੇ ਕੰਮ ਨੇ ਵੀ ਜੇ ਦਿਨ ਚੜ੍ਹ ਗਿਆ ਮੱਝਾਂ ਨੇ ਨਹੀਂ ਮਿਲਣਾ, ਟਾਈਮ ਲੰਘ ਗਿਆ ਫਿਰ ਮੱਝ ਚਾਉਣੀ ਔਖੀ ਹੋ ਜੂ, ਕੰਮ ਵੱਧ ਜਾਣਾ, ਮੁੱਕਣਾ ਨਹੀਂ, ਧੁੱਪ ਚੜ੍ਹ ਜੂ, ਇਸ ਤਰ੍ਹਾਂ। ਸੋ ਇਸ ਕਰਕੇ ਆਪਾਂ ਜਿਹੜੀ ਇਹ ਵਿਚਾਰ ਹੈ ਸੰਖੇਪ ਰੂਪ ਦੇ ਵਿੱਚ ਲੈ ਕਰਕੇ ਇੱਥੇ ਸਮਾਪਤੀ ਹੈ ਪਾਤਸ਼ਾਹ। ਤੇ ਅੱਜ ਦੇ ਸ਼ਬਦ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਚੰਗੀ ਅਵਸਥਾ ਹੈ, ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਦੇ ਨਾਲ ਉਹਨਾਂ ਦੇ ਬਾਬ ਦੱਸਣਾ ਕਰਦੇ ਹਨ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੈ, ਕੰਚਨ ਮਾਟੀ ਮਾਨੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਐਸੀ ਅਵਸਥਾ ਰੱਬ ਦੇ ਪਿਆਰਿਆਂ ਦੀ ਬਣ ਜਾਂਦੀ ਹੈ ਕਿ ਉਹ ਦੁੱਖ ਨੂੰ ਦੁੱਖ ਨਹੀਂ ਮੰਨਦੇ ਤੇ ਸੁੱਖ ਸਨੇਹ, ਜੇ ਦੁੱਖ ਆ ਜੇ ਤਾਂ ਨਹੀਂ ਮੰਨਦੇ, ਤੇ ਸੁੱਖ ਮਿਲ ਜਾਵੇ ਤਾਂ ਉਹ ਖੁਸ਼ ਨਹੀਂ ਹੁੰਦੇ, ਦੁੱਖ ਤੋਂ ਘਬਰਾਉਂਦੇ ਨਹੀਂ। ਤੇ ਕੰਚਨ ਤੇ ਮਾਟੀ ਦੇ ਵਿੱਚ, ਸੋਨੇ ਤੇ ਮਿੱਟੀ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ। ਇਹ ਅਵਸਥਾ ਬਹੁਤ ਵੱਡੀ ਹੈ, ਮਸਾਂ ਮਿਲਦੀ ਹੈ ਬਹੁਤ ਸਿਮਰਨ ਕਰਨ ਤੋਂ ਬਾਅਦ, ਜਾਂ ਫਿਰ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ ਫਿਰ ਮਿਲ ਜਾਂਦੀ ਹੈ। ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਏ। ਕਿਰਪਾ ਕਰੋ ਸਾਡੇ 'ਤੇ ਵੀ ਮਿਹਰ ਕਰਨੀ ਕਰੋ ਜੀ। ਅਸੀਂ ਵੀ ਗੁਰਸਿੱਖਾਂ ਵਾਲਾ ਜੀਵਨ, ਗੁਰਸਿੱਖਾਂ ਵਾਲੀ ਚਾਲੀ ਦੇ ਉੱਪਰ ਤੁਰ ਕਰਕੇ ਆਪਣਾ ਜਿਹੜਾ ਰਹਿੰਦਾ ਜੀਵਨ ਹੈ ਸਵਾਰ ਲੈਣਾ ਕਰੀਏ ਜੀ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਾਇਆ, ਖਿਲੈ ਸਗਲ ਚੰਗਿਆਈਆ ਬੁਰਿਆਈਆ, ਬਾਚੈ ਧਰਮ
ਕਰਮੀ ਆਪ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।